तकरीबन जिहड़ा 62 ਤੋਂ 63 लीटर जिहड़ा तेल उत्थे लगना आ सकते हैं। सो बाहरों रोटी खाण ਦਾ ਜਿਹੜਾ ਖਰਚਾ ਆ ਉਹ ਤੁਹਾਡਾ ਕਿਤੇ ਵੀ ਪੂਰੀ ਯਾਤਰਾ ਦੇ ਵਿੱਚ ਨਹੀਂ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਹਾਡਾ ਸਾਡੇ YouTube ਚੈਨਲ TJ ਸਹਿਜ ਦੇ ਉੱਪਰ ਸਵਾਗਤ ਕਰਦੇ ਹਾਂ। ਸੋ ਅੱਜ ਜਿਵੇਂ ਕਿ ਤੁਸੀਂ ਥੰਬਨੇਲ ਦੇ ਵਿੱਚ ਦੇਖਿਆ ਹੀ ਹੋਵੇਗਾ, ਅੱਜ ਅਸੀਂ ਇਕੱਠੇ ਹੋਏ ਹਾਂ ਜਾਂ ਅੱਜ ਅਸੀਂ ਇਹ ਜਿਹੜੀ ਜਾਣਕਾਰੀ ਦੇਣ ਲੱਗੇ ਹਾਂ ਉਹ ਹੈਗੀ ਆ ਯਾਤਰਾ ਸ਼੍ਰੀ ਹੇਮਕੁੰਡ ਸਾਹਿਬ ਦੇ ਲਈ। ਹੇਮਕੁੰਡ ਸਾਹਿਬ ਦੀ ਯਾਤਰਾ ਜਿਵੇਂ ਹੁਣ ਸਟਾਰਟ ਹੋਣ ਲੱਗੀ ਆ, ਪਿਛਲੇ 2 ਸਾਲਾਂ ਤੋਂ ਬਾਅਦ ਜਿਹੜੀ, ਕਿਉਂਕਿ ਪਿੱਛੇ 2 ਸਾਲ ਕਰੋਨਾ ਕਰਕੇ 2 ਸਾਲ ਯਾਤਰਾ ਹੋਈ ਨਹੀਂ ਹੈਗੀ। ਸੋ 2020 ਤੋਂ ਬਾਅਦ ਜਿਹੜੀ ਇਹ ਯਾਤਰਾ ਹੁਣ 2 ਸਾਲ ਬਾਅਦ ਜਿਹੜੀ ਸਟਾਰਟ ਹੋਣ ਲੱਗੀ ਆ। ਸੋ ਹੁਣ 2022 ਦੇ ਵਿੱਚ ਜਿਹੜੀ ਹੇਮਕੁੰਡ ਸਾਹਿਬ ਦੀ ਯਾਤਰਾ ਹੋ ਰਹੀ ਆ, ਇਸ ਯਾਤਰਾ ਨੂੰ ਲੈ ਕੇ ਸੰਗਤ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਚਾਅ ਹੈਗਾ ਆ ਜਾਣ ਦਾ ਇਸ ਯਾਤਰਾ ਦੇ ਉੱਪਰ। ਸੋ ਹੁਣ ਜਦੋਂ ਕੋਵਿਡ ਤੋਂ ਆਪਾਂ ਨਿਕਲ ਕੇ ਬਾਹਰ ਆਏ ਹਾਂ, ਸੋ ਬਹੁਤ ਤਰੀਕੇ ਦੇ ਜਿਹੜੇ ਸਰਕਾਰ ਨੇ ਸਾਡੇ ਮੂਹਰੇ ਜਿਹੜੀਆਂ ਇੰਸਟਰਕਸ਼ਨਸ ਰੱਖਦੀਆਂ ਨੇ ਕਿ ਅਸੀਂ ਇਹਨਾਂ ਨੂੰ ਫੋਲੋ ਅਪ ਕਰਕੇ ਹੀ ਆਪਣੀ ਸਟੇਟ ਤੋਂ ਬਾਹਰ ਕਿਸੇ ਹੋਰ ਸਟੇਟ ਦੇ ਵਿੱਚ ਐਂਟਰ ਕਰ ਸਕਦੇ ਹਾਂ। ਸੋ ਸਾਰੀਆਂ ਚੀਜ਼ਾਂ ਦੇ ਉੱਪਰ ਜਿਹੜੀ ਅੱਜ ਆਪਾਂ ਗੱਲ ਕਰਾਂਗੇ, ਡਿਸਕਸ ਕਰਾਂਗੇ ਕਿ ਹੇਮਕੁੰਡ ਸਾਹਿਬ ਜਾਣ ਤੋਂ ਪਹਿਲਾਂ ਤੁਹਾਨੂੰ ਕੀ ਜਿਹੜੀਆਂ ਗੱਲਾਂ ਜਿਹੜੀਆਂ ਧਿਆਨ 'ਚ ਰੱਖਣੀਆਂ ਨੇ, ਕਿਹੜੀਆਂ ਚੀਜ਼ਾਂ ਦੀ ਤੁਹਾਨੂੰ ਲੋੜ ਪਵੇਗੀ। ਰਜਿਸਟ੍ਰੇਸ਼ਨ ਸਭ ਤੋਂ ਮੇਨ ਗੱਲ ਆ ਕਿ ਤੁਹਾਨੂੰ ਕਿਵੇਂ ਕਰਾਈ ਜਾਈਏ। ਉਸ ਤੋਂ ਬਾਅਦ ਵੈਕਸੀਨੇਸ਼ਨ ਦੀ ਜ਼ਰੂਰਤ ਹੈ ਜਾਂ ਨਹੀਂ। ਉਸ ਤੋਂ ਬਾਅਦ ਕੋਵਿਡ ਦਾ ਜਿਹੜਾ ਟੈਸਟ ਆ ਉਹ ਕਰਾਉਣ ਦੀ ਜਿਹੜੀ ਜ਼ਰੂਰਤ ਹੈ ਜਾਂ ਨਹੀਂ। ਅਤੇ ਅਸੀਂ ਕਾਰ 'ਤੇ ਜਾਈਏ, ਬਾਈਕ 'ਤੇ ਜਾਈਏ ਜਾਂ ਬੱਸਾਂ 'ਤੇ ਜਾਈਏ, ਕਿਹੜਾ ਮੈਥਡ ਸਾਡੇ ਲਈ ਬੈਸਟ ਆ। ਇਸ ਤੋਂ ਇਲਾਵਾ ਖਰਚਾ ਮੇਨ, ਅਸੀਂ ਜਦੋਂ ਕਿਤੇ ਵੀ ਜਾਂਦੇ ਹਾਂ ਸਭ ਤੋਂ ਵੱਡੀ ਸਾਡੀ ਗੱਲ ਹੁੰਦੀ ਆ ਕਿ ਖਰਚਾ ਕਿੰਨਾ ਹੋਵੇਗਾ। ਸੋ ਅੱਜ ਇਹ ਸਾਰੀਆਂ ਚੀਜ਼ਾਂ ਆਪਾਂ ਤੁਹਾਨੂੰ ਜਿਹੜੀਆਂ ਡਿਸਕਸ ਕਰਾਂਗੇ ਤੁਹਾਡੇ ਨਾਲ, ਤੁਹਾਨੂੰ ਸਾਰੀਆਂ ਗੱਲਾਂ ਜਿਹੜੀਆਂ ਦੱਸਾਂਗੇ। ਸੋ ਚਰਨਾਂ 'ਚ ਬੇਨਤੀ ਸੰਗਤ ਦੇ ਇਹੀ ਆ ਕਿ ਜੇ ਤੁਸੀਂ ਸਾਡਾ ਚੈਨਲ ਹਲੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਤਾਂ ਜੋ ਆਉਣ ਵਾਲੀ ਕੋਈ ਵੀ ਜਾਣਕਾਰੀ ਹੋਵੇ ਜਾਂ ਆਉਣ ਵਾਲਾ ਕੋਈ ਵੀ ਬਲੌਗ ਹੋਵੇ ਉਹ ਜਿਹੜਾ ਤੁਹਾਨੂੰ ਜਿਹੜਾ ਈਜ਼ੀਲੀ ਤੁਹਾਡੇ ਤੱਕ ਪਹੁੰਚ ਸਕੇ, ਅਤੇ ਉਹ ਜਾਣਕਾਰੀ ਵੀ ਜਿਹੜੀ ਤੁਸੀਂ ਜਲਦੀ ਤੋਂ ਜਲਦੀ ਜਿਹੜੀ ਲੈ ਸਕੋ। ਸੋ ਅੱਜ ਦੀ ਵੀਡੀਓ ਅਸੀਂ ਜਿਹੜੀ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਹੈਗੀ ਆ ਕਿ ਜੇ ਯਾਤਰਾ ਹੇਮਕੁੰਡ ਸਾਹਿਬ ਤੁਸੀਂ ਜਾਣਾ ਆ, ਕਦੋਂ ਜਾਈਏ, ਕਿਵੇਂ ਜਾਈਏ। ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ 22 ਮਈ 2022 ਨੂੰ ਹੇਮਕੁੰਡ ਸਾਹਿਬ ਦੇ ਜਿਹੜੇ ਕਪਾਟ ਨੇ, ਦਰਬਾਰ ਸਾਹਿਬ ਦੇ ਜਿਹੜੇ ਦਰਵਾਜ਼ੇ ਨੇ, ਉਹ ਆਮ ਸੰਗਤ ਦੇ ਲਈ ਦਰਸ਼ਨਾਂ ਨੂੰ ਖੁੱਲ੍ਹ ਰਹੇ ਨੇ। ਸੋ 22 ਤਰੀਕ ਤੋਂ ਬਾਅਦ ਆਮ ਸੰਗਤ ਕਿਸੇ ਵੀ ਸਟੇਟ ਤੋਂ, ਪੰਜਾਬ 'ਚੋਂ ਹੋਵੇ, ਹਰਿਆਣੇ 'ਚੋਂ ਹੋਵੇ, ਕਿਤੋਂ ਵੀ ਹੋਵੇ, ਉਹ ਜਿਹੜੀ ਦਰਸ਼ਨ ਕਰ ਸਕਦੀ ਆ। ਸੋ ਤੁਸੀਂ 22 ਤਰੀਕ ਨੂੰ ਉੱਥੇ ਦਰਸ਼ਨ ਕਰ ਸਕਦੇ ਹੋ। ਤੁਸੀਂ ਉਸ ਅਕੋਰਡਿੰਗ ਆਪਣੇ ਘਰ ਤੋਂ ਨਿਕਲ ਸਕਦੇ ਹੋ। ਜੇ ਤੁਹਾਡੇ ਘਰ ਤੋਂ ਇੰਨਾ ਕੁ ਫਾਸਲਾ ਵੀ ਤੁਸੀਂ ਇੱਕ ਦਿਨ ਦੇ ਵਿੱਚ ਕਵਰ ਕਰ ਲਓਗੇ, ਤੁਸੀਂ ਆਪਣੇ ਘਰ ਤੋਂ ਜਿਹੜਾ 20 ਤਰੀਕ ਨੂੰ ਨਿਕਲ ਸਕਦੇ ਹੋ। 20 ਤਰੀਕ ਨੂੰ ਤੁਸੀਂ ਘਰ ਤੋਂ ਨਿਕਲੋ, 20 ਤਰੀਕ ਸ਼ਾਮ ਤੱਕ ਉੱਥੇ ਪਹੁੰਚੋ। 21 ਤਰੀਕ ਨੂੰ ਉੱਥੋਂ ਜਿਹੜੀ ਗੋਬਿੰਦ ਘਾਟ ਤੋਂ ਯਾਤਰਾ ਹੈਗੀ ਆ ਉਹ ਤੁਸੀਂ ਚੜ੍ਹਾਈ ਸ਼ੁਰੂ ਕਰੋ। ਗੋਬਿੰਦ ਧਾਮ ਜਾ ਕੇ ਵਿੱਚ ਆਪਣੀ ਜਿਹੜੀ ਯਾਤਰਾ ਸੰਪੂਰਨ ਕਰਕੇ ਉੱਥੇ ਵਿਸ਼ਰਾਮ ਕਰੋ। ਵਿਸ਼ਰਾਮ ਕਰਨ ਤੋਂ ਬਾਅਦ ਅਗਲੇ ਦਿਨ ਮਾਰਨਿੰਗ 22 ਤਰੀਕ ਸਵੇਰੇ ਤੁਸੀਂ ਹੇਮਕੁੰਡ ਸਾਹਿਬ ਦੇ ਲਈ ਜਿਹੜਾ ਨਿਕਲ ਸਕਦੇ ਆ ਅਤੇ ਉੱਥੇ ਜਾ ਕੇ ਜਿਹੜਾ ਦਰਸ਼ਨ ਕਰ ਸਕਦੇ ਆ। 22 ਤਰੀਕ ਤੋਂ ਜਿਹੜੇ ਸਟਾਰਟ ਹੈਗਾ ਆ, ਉਸ ਤੋਂ ਬਾਅਦ ਤੁਸੀਂ ਕਦੇ ਵੀ ਜਾ ਕੇ ਜਿਹੜਾ ਦਰਸ਼ਨ ਕਰ ਸਕਦੇ ਆ। ਇਸ ਤੋਂ ਬਾਅਦ ਮੇਨ ਜਿਹੜੀ ਗੱਲ ਹੈਗੀ ਆ ਰਜਿਸਟ੍ਰੇਸ਼ਨ ਦੀ, ਕਿ ਜੇ ਤੁਸੀਂ ਹੇਮਕੁੰਡ ਸਾਹਿਬ ਜਾਣਾ ਆ ਅਤੇ ਉੱਥੇ ਰਜਿਸਟ੍ਰੇਸ਼ਨ ਕਰਾਉਣ ਦੀ ਜ਼ਰੂਰਤ ਹੈ ਜਾਂ ਨਹੀਂ। ਜੇ ਹੈ ਤਾਂ ਕਿਵੇਂ ਹੋਵੇਗੀ ਰਜਿਸਟ੍ਰੇਸ਼ਨ। ਸਭ ਤੋਂ ਪਹਿਲਾਂ ਜੇ ਤੁਸੀਂ ਆਪਣੇ ਘਰ ਤੋਂ ਹੀ ਰਜਿਸਟ੍ਰੇਸ਼ਨ ਕਰਨਾ ਚਾਹੁੰਦੇ ਹੋ ਤਾਂ YouTube 'ਤੇ ਜਾਓ। ਉੱਥੇ ਜਾ ਕੇ ਤੁਸੀਂ ਟਾਈਪ ਕਰਨਾ travel.uk.gov.in। ਇਹ ਸਾਈਟ ਦੇ ਉੱਪਰ ਜਾ ਕੇ ਤੁਸੀਂ ਆਪਣੀ ਪੂਰੀ ਜਿਹੜੀ ਜਾਣਕਾਰੀ ਆ ਉੱਥੇ ਜਿਹੜੀ ਡਿਟੇਲ ਦੇ ਸਕਦੇ ਆ, ਅਤੇ ਉੱਥੇ ਤੁਸੀਂ ਰਜਿਸਟ੍ਰੇਸ਼ਨ ਕਰਾ ਸਕਦੇ ਆ ਕਿ ਤੁਸੀਂ ਕਿੰਨੀ ਤਰੀਕ ਨੂੰ ਕਿਸ ਯਾਤਰਾ 'ਤੇ ਜਾਣਾ ਚਾਹੁੰਦੇ ਆ। ਤੁਸੀਂ ਕੇਦਾਰਨਾਥ ਦੀ ਯਾਤਰਾ 'ਤੇ ਜਾ ਰਹੇ ਆ, ਤੁਸੀਂ ਹੇਮਕੁੰਡ ਸਾਹਿਬ ਦੀ ਯਾਤਰਾ 'ਤੇ ਜਾ ਰਹੇ ਆ, ਜਾਂ ਤੁਸੀਂ ਬਦਰੀਨਾਥ ਦੀ ਯਾਤਰਾ 'ਤੇ ਜਾ ਰਹੇ ਆ। ਜਿਸ ਵੀ ਯਾਤਰਾ 'ਤੇ ਤੁਸੀਂ ਜਾ ਰਹੇ ਆ, ਉਹ ਜਿਹੜੀ ਜਾਣਕਾਰੀ ਤੁਸੀਂ ਉਸ ਔਨਲਾਈਨ ਸਾਈਟ ਦੇ ਉੱਪਰ ਜਿਹੜੀ ਪਾ ਸਕਦੇ ਹੋ। ਸੋ ਜੇ ਇਨ ਕੇਸ ਤੁਹਾਡੇ ਕੋਲ ਔਨਲਾਈਨ ਰਜਿਸਟ੍ਰੇਸ਼ਨ ਕਰਾਉਣ ਦਾ ਮੈਥਡ ਨਹੀਂ ਹੈਗਾ ਤਾਂ ਕੋਈ ਦਿੱਕਤ ਨਹੀਂ, ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ। ਤੁਸੀਂ ਆਫਲਾਈਨ ਵੀ ਜਿਹੜਾ ਕਰ ਸਕਦੇ ਹੋ। ਤੁਸੀਂ ਘਰ ਤੋਂ ਜਾਓਗੇ, ਰਾਹ 'ਚ ਉਹਨਾਂ ਨੇ UK ਜਿਹੜੀ ਗੌਰਮੈਂਟ ਹੈਗੀ ਉੱਤਰਾਖੰਡ ਦੀ, ਉਹਨਾਂ ਨੇ ਵੱਖ-ਵੱਖ ਥਾਵਾਂ ਦੇ ਉੱਪਰ ਇੱਕ ਸੈਂਟਰ ਬਣਾਏ ਹੋਏ ਨੇ
ਉਹਨਾਂ ਸੈਂਟਰਾਂ ਦੇ ਵਿੱਚ ਜਾ ਕੇ ਤੁਸੀਂ ਜਿਹੜੀ ਆਪਣੀ ਰਜਿਸਟ੍ਰੇਸ਼ਨ ਆ ਜਿਹੜੀ ਉਹ ਕਰਾ ਸਕਦੇ ਹੋ ਈਜ਼ੀਲੀ। ਕੋਈ ਵੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਫ਼ੋਨ 'ਤੇ ਹੁੰਦਾ, ਉੱਥੇ ਜਾ ਕੇ ਵੀ ਜਿਹੜਾ ਤੁਸੀਂ ਕਰਾ ਸਕਦੇ ਹੋ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਵੈਕਸੀਨੇਸ਼ਨ ਦੀ, ਕਿ ਕੋਵਿਡ ਦੀ ਜਿਹੜੀ ਡੋਜ਼ ਹੈਗੀ ਆ ਵੈਕਸੀਨੇਸ਼ਨ ਦੀ, ਉਹ 2 ਲੱਗੀਆਂ ਨੇ ਜਾਂ ਨਹੀਂ ਲੱਗੀਆਂ ਨੇ। ਕਿਉਂਕਿ ਸਰਕਾਰ ਨੇ ਪਿੱਛੇ ਇਹ ਕਹਿਤਾ ਸੀਗਾ ਕਿ ਤੁਸੀਂ ਜੇ ਕਿਸੇ ਵੀ ਸਟੇਟ 'ਚ ਜਾਓਗੇ ਤਾਂ ਤੁਹਾਨੂੰ ਡਬਲ ਵੈਕਸੀਨੇਸ਼ਨ ਜਿਹੜੀ ਹੋਣਾ ਬਹੁਤ ਜਿਹੜਾ ਲਾਜ਼ਮੀ ਹੈਗਾ ਆ। ਸੋ ਉੱਤਰਾਖੰਡ ਸਰਕਾਰ ਵੱਲੋਂ ਇੱਦਾਂ ਦਾ ਕੁਝ ਵੀ ਲਾਜ਼ਮੀ ਨਹੀਂ ਹੈਗਾ। ਜੇ ਤੁਸੀਂ ਵੈਕਸੀਨੇਸ਼ਨ ਕਰਾਈ ਹੋਈ ਆ, ਬੈਸਟ ਆ ਕਿ ਤੁਸੀਂ ਉਸ ਦਾ ਜਿਹੜਾ ਸਰਟੀਫਿਕੇਟ ਆ ਉਹਦੀ ਫੋਟੋ ਕਾਪੀ ਪ੍ਰਿੰਟ ਕਢਾ ਕੇ ਆਪਣੇ ਨਾਲ ਕੈਰੀ ਕਰ ਲਓ। ਅਦਰਵਾਈਜ਼ ਜੇ ਤੁਸੀਂ ਨਹੀਂ ਲਵਾਏ ਹੋਏ ਤਾਂ ਕੋਈ ਦਿੱਕਤ ਨਹੀਂ ਹੈਗੀ, ਕਿਤੇ ਵੀ ਤੁਹਾਨੂੰ ਰੋਕਿਆ ਨਹੀਂ ਜਾਊਗਾ ਕਿ ਤੁਸੀਂ ਵੈਕਸੀਨੇਸ਼ਨ ਕਿਉਂ ਨਹੀਂ ਕਰਾਈ ਹੋਈ। ਕਿਤੇ ਵੀ ਤੁਹਾਨੂੰ ਪਰੇਸ਼ਾਨੀ ਨਹੀਂ ਹੋਊਗੀ, ਕਿਤੇ ਤੁਹਾਨੂੰ ਪਰੇਸ਼ਾਨ ਨਹੀਂ ਕਰਿਆ ਜਾਊਗਾ। ਕਿਸੇ ਵੀ ਪ੍ਰਕਾਰ ਦੇ ਟੈਸਟ ਦੀ ਤੁਹਾਨੂੰ ਉੱਥੇ ਜਿਹੜੀ ਜ਼ਰੂਰਤ ਨਹੀਂ ਹੈਗੀ। ਸੋ ਇਸ ਤੋਂ ਇਲਾਵਾ ਅਸੀਂ ਜਿਹੜੀ ਗੱਲ ਕਰਦੇ ਹਾਂ ਕਿ ਅਸੀਂ ਕਾਰ 'ਤੇ ਜਾਈਏ, ਬਾਈਕ 'ਤੇ ਜਾਈਏ ਜਾਂ ਬੱਸ 'ਤੇ ਜਾਈਏ, ਸੋ ਮੈਥਡ ਹਰ ਇੱਕ ਠੀਕ ਹੈਗਾ ਆ। ਜੇ ਤੁਸੀਂ ਬੱਸ 'ਚ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਥੋਂ ਜਿਹੜਾ ਆ ਈਜ਼ੀਲੀ ਜਿਹੜੀ ਰਿਸ਼ੀਕੇਸ਼ ਦੀ ਬੱਸ ਮਿਲ ਸਕਦੀ ਆ। ਉਸ ਤੋਂ ਬਾਅਦ ਤੁਸੀਂ ਸ਼੍ਰੀਨਗਰ ਤੋਂ ਬਾਅਦ ਤੁਸੀਂ ਅੱਗੇ ਗੋਬਿੰਦ ਧਾਮ ਤੱਕ ਜਿਹੜਾ ਯਾਤਰਾ ਕਰ ਸਕਦੇ ਹੋ। ਸੋ ਇਸ ਤੋਂ ਇਲਾਵਾ ਬੱਸਾਂ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਜਾਂ ਗੌਰਮੈਂਟ ਵੱਲੋਂ ਵੀ ਸਪੈਸ਼ਲ ਜਿਹੜੀਆਂ ਬੱਸਾਂ ਵੀ ਹੁਣ ਜਿਹੜਾ ਅਰੇਂਜਮੈਂਟ ਹੈਗਾ ਆ ਸਰਕਾਰੀ ਬੱਸਾਂ ਦਾ, ਸਰਕਾਰੀ ਜਿਹੜੀਆਂ ਸਪੈਸ਼ਲ ਤੁਹਾਨੂੰ ਰਿਸ਼ੀਕੇਸ਼ ਤੋਂ ਸਿੱਧਾ ਗੋਬਿੰਦ ਧਾਮ ਤੱਕ ਲੈ ਕੇ ਜਾਣਗੀਆਂ, ਇੱਦਾਂ ਦਾ ਵੀ ਜਿਹੜਾ ਅਰੇਂਜਮੈਂਟ ਉੱਥੇ ਹੈਗਾ ਆ। ਇਸ ਤੋਂ ਇਲਾਵਾ ਜੇ ਤੁਸੀਂ ਆਪਣੀ ਗੱਡੀ 'ਚ ਜਾਂਦੇ ਹੋ ਉਹ ਵੀ ਬੈਸਟ ਆ। ਜੇ ਤੁਸੀਂ ਬਾਈਕ 'ਤੇ ਜਾਂਦੇ ਹੋ, ਬਾਈਕ 'ਤੇ ਤੁਸੀਂ ਨੇਚਰ ਨੂੰ, ਮੌਸਮ ਨੂੰ, ਪਹਾੜਾਂ ਨੂੰ ਆਪਣੀਆਂ, ਜਿਵੇਂ ਅਸੀਂ ਇੱਕ ਨੋਰਮਲ ਗੱਲ ਕਰਦੇ ਹਾਂ ਵੀ ਨੰਗੀ ਅੱਖਾਂ ਦੇ ਨਾਲ ਤੁਸੀਂ ਦੇਖ ਸਕਦੇ ਆ। ਤੁਸੀਂ ਉਹ ਵਾਤਾਵਰਨ ਨੂੰ ਪੂਰਾ ਮਹਿਸੂਸ ਕਰ ਸਕਦੇ ਆ, ਕਿਉਂਕਿ ਕਾਰ ਜਾਂ ਬੱਸ ਦੇ ਵਿੱਚ ਆਪਾਂ ਪੂਰਨ ਤੌਰ 'ਤੇ ਜਿਹੜਾ ਨਹੀਂ ਦੇਖ ਪਾਉਂਦੇ। ਸੋ ਬਾਈਕ ਦੇ ਉੱਪਰ ਤੁਸੀਂ ਉਸ ਨੂੰ ਵੀ ਜਿਹੜਾ ਚੰਗੀ ਤਰ੍ਹਾਂ ਦੇਖ ਸਕਦੇ ਆ। ਸੋ ਇਸ ਤੋਂ ਬਾਅਦ ਲਾਸਟ ਪੁਆਇੰਟ ਜਿਹੜਾ ਸਾਡਾ ਹੈਗਾ ਉਹ ਹੈਗਾ ਕਿ ਖਰਚਾ ਕਿੰਨਾ ਆਵੇਗਾ। ਸੋ ਖਰਚਾ ਇਵੇਂ ਹੈਗਾ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਹੋਮ ਸਟੇਸ਼ਨ ਜਾਂ ਆਪਣੇ ਘਰ ਤੋਂ ਨੈਵੀਗੇਸ਼ਨ ਦੇ ਉੱਪਰ ਗੋਬਿੰਦ ਘਾਟ ਤੱਕ ਦਾ ਜਿਹੜਾ ਤੁਸੀਂ ਰਸਤਾ ਨਾਪਣਾ ਆ, ਵੀ ਕਿੰਨਾ ਰਸਤਾ ਜਿਹੜਾ ਕਿੰਨੇ ਕਿਲੋਮੀਟਰ ਜਿਹੜਾ ਬੈਠ ਗਿਆ ਆ। ਜਿਵੇਂ ਆਪਾਂ ਮੋਹਾਲੀ ਦੀ ਗੱਲ ਕਰਦੇ ਹਾਂ ਕਿ ਮੋਹਾਲੀ ਤੋਂ 510 ਦੇ ਕਰੀਬ ਜਿਹੜਾ ਉੱਥੇ ਬੈਠਦਾ ਆ ਗੋਬਿੰਦ ਘਾਟ ਤੱਕ ਦਾ ਜਿਹੜਾ ਰਸਤਾ, 510 ਜਾਣ ਦਾ 510 ਵਾਪਸ ਆਉਣ ਦਾ ਤਕਰੀਬਨ ਜਿਹੜਾ 1020 ਕਿਲੋਮੀਟਰ ਜਿਹੜਾ ਹੋ ਜਾਂਦਾ ਹੈ। ਉਸ ਤੋਂ ਇਲਾਵਾ ਤੁਸੀਂ 40 ਕਿਲੋਮੀਟਰ 30 ਕਿਲੋਮੀਟਰ ਹੋਰ ਐਕਸਟਰਾ ਲਗਾ ਲਓ ਨਾਲ, ਕਿ ਚਲੋ ਗੱਡੀ ਤੁਸੀਂ ਬੈਕ ਕਰੀ ਕਿਤੇ ਅੱਗੇ ਲੈ ਕੇ ਕਿਤੇ ਗੁਰਦੁਆਰਾ ਸਾਹਿਬ ਖੜਾਈ, ਮੈਕਸਿਮਮ ਲਗਾ ਲਓ, ਚਲੋ ਇੰਨਾ ਵੀ ਚਲੋ ਹੋ ਗਿਆ। 1150 ਤੋਂ 1100 ਤੁਸੀਂ ਲਗਾ ਕੇ ਚਲੋ 1100 ਕਿਲੋਮੀਟਰ ਵੀ ਜੇ ਸਾਡੀ ਗੱਡੀ ਚੱਲਦੀ ਆ। ਨੋਰਮਲੀ ਜਿਹੜੀ ਗੱਡੀ ਦੀ ਐਵਰੇਜ ਆ ਉਹ 17-18 ਦੀ ਜਿਹੜੀ ਐਵਰੇਜ ਗੱਡੀ ਦੇ ਕੇ ਚੱਲਦੀ ਆ। ਅਸੀਂ ਜੇ 18 ਦੀ ਐਵਰੇਜ ਤੋਂ ਵੀ ਲਾਉਂਦੇ ਆ, ਤਕਰੀਬਨ ਜਿਹੜਾ 62 ਤੋਂ 63 ਲੀਟਰ ਜਿਹੜਾ ਤੇਲ ਉੱਥੇ ਲੱਗਣਾ ਆ। ਅਤੇ 62 ਤੋਂ 63 ਲੀਟਰ ਜਿਹੜਾ ਅੱਜ ਦੇ ਰੇਟ ਦੇ ਮੁਤਾਬਕ ਤਕਰੀਬਨ ਜਿਹੜਾ 6500 ਦੇ ਕਰੀਬ ਜਿਹੜਾ ਤੇਲ ਤੁਹਾਡੀ ਗੱਡੀ 'ਚ ਲੱਗੂਗਾ। ਜੇ ਤੁਸੀਂ ਇੱਕ ਗੱਡੀ 'ਚ 4 ਬੰਦੇ ਜਾ ਰਹੇ ਆ, ਉਸ ਨੂੰ ਡਿਵਾਈਡ ਕਰੋਗੇ ਤਾਂ ਉਹ ਵੀ ਜਿਹੜਾ ਘਟ ਕੇ ਤੁਹਾਡਾ ਤਕਰੀਬਨ ਜਿਹੜਾ ਹੈਗਾ ਆ 16 17 1800 ਰੁਪਏ ਦੇ ਕਰੀਬ ਜਿਹੜਾ ਤੇਲ ਦਾ ਤੁਹਾਡਾ ਖਰਚਾ ਪੈਣਾ ਆ। ਇਸ ਤੋਂ ਇਲਾਵਾ ਰਾਹ 'ਚ ਤੁਹਾਨੂੰ ਹਰ ਇੱਕ ਗੁਰਦੁਆਰੇ ਦੇ ਵਿੱਚ ਲੰਗਰ ਅਵੇਲੇਬਲ ਹੋਵੇਗਾ। ਗੁਰਦੁਆਰੇ ਤੋਂ ਬਿਨਾਂ ਰਾਹ ਦੇ ਵਿੱਚ ਵੀ ਸੰਗਤ ਵੱਲੋਂ ਜਿਹੜੇ ਲੰਗਰਾਂ ਦੇ ਇੰਤਜ਼ਾਮ ਹੁੰਦੇ ਨੇ, ਸੰਗਤ ਵੱਲੋਂ ਲੰਗਰ ਚਲਾਏ ਜਾਂਦੇ ਨੇ, ਰਸਤੇ ਵਿੱਚ ਵੀ ਛਬੀਲਾਂ ਚਲਾਈਆਂ ਜਾਂਦੀਆਂ ਨੇ, ਤੁਸੀਂ ਉੱਥੇ ਵੀ ਜਿਹੜਾ ਲੰਗਰ ਛਕ ਸਕਦੇ ਆ। ਸੋ ਬਾਹਰੋਂ ਰੋਟੀ ਖਾਣ ਦਾ ਜਿਹੜਾ ਖਰਚਾ ਆ ਉਹ ਤੁਹਾਡਾ ਕਿਤੇ ਵੀ ਪੂਰੀ ਯਾਤਰਾ ਦੇ ਵਿੱਚ ਨਹੀਂ ਹੋਵੇਗਾ। ਗੋਬਿੰਦ ਘਾਟ ਜਦੋਂ ਤੁਸੀਂ ਪਹੁੰਚ ਜਾਂਦੇ ਆ, ਗੋਬਿੰਦ ਘਾਟ ਤੁਹਾਡੀ ਬਾਈਕ, ਕਾਰ ਆ, ਬੱਸ ਜਿਵੇਂ ਵੀ ਤੁਸੀਂ ਜਾਂਦੇ ਆ, ਉੱਥੇ ਉਹ ਪਾਰਕਿੰਗ ਦੇ ਵਿੱਚ ਲਗਾ ਕੇ ਉਸ ਤੋਂ ਬਾਅਦ ਜਿਹੜਾ ਆ ਉੱਥੋਂ ਯਾਤਰਾ ਜਿਹੜੀ ਪੈਦਲ ਯਾਤਰਾ ਜਿਹੜੀ ਸਟਾਰਟ ਹੋ ਜਾਂਦੀ ਆ। ਸੋ ਪੈਦਲ ਯਾਤਰਾ ਦੇ ਵਿੱਚ ਜਦੋਂ ਸਰੀਰ ਨੂੰ ਐਨਰਜੀ ਚਾਹੀਦੀ ਹੋਵੇ ਜਾਂ ਭੁੱਖ ਲੱਗ ਜੇ, ਉਸ ਟਾਈਮ 'ਤੇ ਤੁਸੀਂ ਜੋ ਵੀ ਖਾਣਾ ਪੀਣਾ ਆ ਉਹਦਾ ਖਰਚਾ ਜਿਹੜਾ ਤੁਹਾਨੂੰ ਜ਼ਰੂਰ ਜਿਹੜਾ ਐਕਸਟਰਾ ਉੱਪਰ ਜਾਵੇਗਾ। ਸੋ ਉਸ ਦੇ ਵਿੱਚ ਵੀ ਇਹ ਆ ਕਿ ਤੁਸੀਂ ਜਦੋਂ ਪੰਜਾਬ 'ਚੋਂ ਜਾਂ ਹਰਿਆਣੇ 'ਚੋਂ ਜਾਂ ਜਿਸ ਵੀ ਸਟੇਟ ਤੋਂ ਤੁਸੀਂ ਜਾ ਰਹੇ ਆ, ਇਹ ਜਿਹੜਾ ਨਾਲ ਜਿਵੇਂ ਸੈਂਟਰ ਫਰੈਸ਼ ਦੀ ਟੌਫੀਆਂ ਹੋ ਗਈਆਂ, ਨੋਰਮਲ ਦੂਜੀ ਸਿੰਪਲ ਚੂਸਣ ਵਾਲੀ ਟੌਫੀ ਹੋ ਗਈ, ਜਾਂ ਗਲੂਕੋਨ-ਡੀ ਦੀ ਡੱਬੀਆਂ ਹੋ ਗਈਆਂ, ਈਨੋ ਹੋ ਗਈ, ਅਤੇ ਕੋਈ ਜਿਵੇਂ ਬਦਹਜ਼ਮੀ ਦੀ ਬੱਟੀਆਂ, ਉਲਟੀਆਂ ਦੀ ਬੱਟੀਆਂ, ਬੁਖਾਰ ਹੋ ਜਾਵੇ, ਕੋਲਡ ਦੀ ਦਵਾਈ, ਇੱਦਾਂ ਦੀ ਜਿਹੜੀ ਚੀਜ਼ਾਂ ਇਹ ਤੁਸੀਂ ਜ਼ਰੂਰ ਜਿਹੜੀਆਂ ਨਾਲ ਜਿਹੜੀਆਂ ਆ ਕੈਰੀ ਕਰਕੇ ਲੈ ਕੇ ਜਾਣੀਆਂ ਆ ਨਾਲ। ਕਿਉਂਕਿ ਜੇ ਉਹ ਤੁਸੀਂ ਉੱਥੇ ਜਾ ਕੇ ਚੀਜ਼ਾਂ ਲੈਂਦੇ ਹੋ
ਤਾਂ ਤੁਹਾਨੂੰ ਇੱਥੋਂ ਤਕਰੀਬਨ ਹੋ ਸਕਦਾ ਵੀ 3 ਗੁਣਾ ਵੱਧ ਦਾਮ ਦੇ ਉੱਤੇ ਜਾ ਕੇ ਮਿਲਣ। ਜੇ ਸੈਂਟਰ ਫਰੈਸ਼ ਦੀ ਟੌਫੀ ਤੁਸੀਂ ਇੱਥੋਂ 1 ਰੁਪਏ ਦੀ ਖਰੀਦਦੇ ਹੋ, ਉੱਥੇ ਜਾ ਕੇ ਹੋ ਸਕਦਾ ਤੁਹਾਨੂੰ 3 ਜਾਂ 4 ਰੁਪਏ ਦੀ ਜਿਹੜੀ ਉਹ ਟੌਫੀ ਆ ਜਿਹੜੀ ਉਹ ਉੱਥੋਂ ਮਿਲੇ। ਸੋ ਉੱਥੇ ਜਾ ਕੇ ਵੱਧ ਖਰਚਾ ਕਰਨ ਨਾਲੋਂ ਬੈਸਟ ਆ ਕਿ ਤੁਸੀਂ ਪੰਜਾਬ 'ਚੋਂ ਹੀ ਜਿਹੜਾ ਆਪਣਾ ਇਹ ਜਿਹੜਾ ਚੀਜ਼ਾਂ ਦੀ ਜ਼ਰੂਰਤ ਹੈਗੀ ਹੈ, ਇਹ ਚੀਜ਼ਾਂ ਆਪਣੇ ਨਾਲ ਕੈਰੀ ਕਰਕੇ ਲੈ ਕੇ ਜਾਓ। ਸੋ ਜਦੋਂ ਇਹ ਚੀਜ਼ਾਂ ਨਾਲ ਹੋਣਗੀਆਂ ਤਾਂ ਤੁਹਾਨੂੰ ਉੱਥੋਂ ਖਰੀਦਣ ਦੀ ਜਾਂ ਵੱਧ ਰੇਟ 'ਤੇ ਖਰੀਦਣ ਦੀ ਜਿਹੜੀ ਨੀਡ ਨਹੀਂ ਪਵੇਗੀ। ਸੋ ਇੰਨਾ ਕੁ ਜਿਹੜੀ ਜਾਣਕਾਰੀ ਹੈਗੀ ਆ ਜਾਣ ਦੇ ਲਈ ਤੁਹਾਨੂੰ ਰਜਿਸਟ੍ਰੇਸ਼ਨ ਕਰਾਉਣ ਦੀ ਜ਼ਰੂਰਤ ਹੈ ਜਾਂ ਵੈਕਸੀਨੇਸ਼ਨ ਦਾ, ਇਹ ਸਾਰੀ ਡਿਟੇਲ ਜਿਹੜੀ ਤੁਹਾਨੂੰ ਅਸੀਂ ਇਸ ਬਲੌਗ ਦੇ ਵਿੱਚ ਦਈ ਆ। ਉਮੀਦ ਕਰਦੇ ਹਾਂ ਕਿ ਇਹ ਸਾਰੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ। ਇਸ ਜਾਣਕਾਰੀ ਦੀ ਮਦਦ ਦੇ ਨਾਲ ਤੁਸੀਂ ਆਪਣੀ ਜਿਹੜੀ ਯਾਤਰਾ ਵਧੀਆ ਤੋਂ ਵਧੀਆ ਤਰੀਕੇ ਨਾਲ, ਸੰਪੂਰਨਤਾ ਦੇ ਨਾਲ ਯਾਤਰਾ ਨੂੰ ਸਫਲ ਕਰੋਗੇ। ਸੋ ਅਸੀਂ ਇਹੀ ਕਾਮਨਾ ਕਰਦੇ ਹਾਂ ਕਿ ਤੁਹਾਡੀ ਯਾਤਰਾ ਸਫਲ ਰਹੇ, ਵਧੀਆ ਰਹੇ, ਯਾਦਾਵਾਂ ਨਾਲ ਜੁੜੀ ਰਹੇ। ਸੋ ਵਾਹਿਗੁਰੂ ਅੱਗੇ ਵੀ ਇਹੀ ਉਮੀਦ ਆ, ਇਹੀ ਅਰਦਾਸ ਆ, ਇਹੀ ਉਮੀਦ ਕਰਦੇ ਹਾਂ ਅਸੀਂ ਕਿ ਵਾਹਿਗੁਰੂ ਹਰ ਇੱਕ ਬੰਦੇ ਦੀ ਯਾਤਰਾ ਸਫਲ ਕਰਨ। ਜਿਹੜੇ ਵੀ ਪਿਛਲੇ ਸਾਲਾਂ ਤੋਂ ਜਿਹੜੇ ਪਲਾਨ ਬਣਾ ਰਹੇ ਨੇ ਕਿ ਹਾਂ ਅਸੀਂ ਜਾਣਾ ਆ, ਉਹ ਇਸ ਸਾਲ ਦੇ ਵਿੱਚ ਆਪਣੀ ਯਾਤਰਾ ਪੂਰੀ ਕਰਨ। ਸੋ ਜੇ ਬਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਜ਼ਰੂਰ ਕਰ ਦੇਣਾ। ਕਮੈਂਟ ਕਰਕੇ ਥੱਲੇ ਤੁਸੀਂ ਪੁੱਛ ਸਕਦੇ ਆ ਜੇ ਤੁਹਾਡਾ ਕਿਸੇ ਵੀ ਪ੍ਰਕਾਰ ਦਾ ਕੋਈ ਕੁਐਸਚਨ ਹੈਗਾ ਜਾਂ ਯਾਤਰਾ ਦੇ ਰਿਲੇਟਡ, ਉਹ ਅਸੀਂ ਤੁਹਾਡਾ ਜ਼ਰੂਰ ਦੱਸਾਂਗੇ। ਸੋ ਚੈਨਲ ਜੇ ਨਹੀਂ ਸਬਸਕ੍ਰਾਈਬ ਕਰਿਆ ਤਾਂ ਚੈਨਲ ਇੱਕ ਵਾਰੀ ਸਬਸਕ੍ਰਾਈਬ ਕਰ ਦਿਓ। ਸੋ ਅਗਲੀ ਜਿਹੜੀ ਜਾਣਕਾਰੀ ਆ ਕਿ ਤੁਸੀਂ ਹੇਮਕੁੰਡ ਸਾਹਿਬ ਜਦੋਂ ਜਾਣਾ ਆ, ਕਿਹੜੀਆਂ ਚੀਜ਼ਾਂ ਨਾਲ ਲੈ ਕੇ ਜਾਣੀਆਂ ਜ਼ਰੂਰੀ ਨੇ, ਕਿਹਨਾਂ ਦੀ ਚੀਜ਼ਾਂ ਦੀ ਤੁਹਾਨੂੰ ਉੱਥੇ ਲੋੜ ਪਵੇਗੀ, ਉਹ ਤੁਹਾਨੂੰ ਅਸੀਂ ਆਪਣੇ ਅਗਲੇ ਬਲੌਗ ਦੇ ਵਿੱਚ ਦੱਸਾਂਗੇ। ਸੋ ਫਿਲਹਾਲ ਹੁਣ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।